ਵੈਲਕਮ ਇਨ ਸਟੱਡੀ ਫਾਈਟਰ। ਅੱਜ ਅਸੀਂ ਜੋ ਰੀਜ਼ਨਿੰਗ ਦਾ ਟੌਪਿਕ ਚੱਲ ਰਿਹਾ ਹੈ ਪੈਟਰਨ ਕੰਪਲੀਸ਼ਨ, ਇਹਦੀ ਇਹ ਸੈਕੰਡ ਕਲਾਸ ਦੀ ਵੀਡੀਓ ਬਣਾ ਰਹੇ ਹਾਂ। ਇਹ ਜੋ ਅੱਜ ਦੀ ਕਲਾਸ ਹੋਏਗੀ ਇਹਦੇ ਵਿੱਚ ਅੱਜ ਅਸੀਂ ਕੁਝ ਪੈਟਰਨਸ ਨੂੰ ਕੰਪਲੀਟ ਕਰਨਾ ਸਿੱਖਾਂਗੇ। ਇਸ ਤੋਂ ਪਹਿਲਾਂ ਜੋ ਫਸਟ ਕਲਾਸ ਸੀ ਇਸ ਟੌਪਿਕ ਦੇ ਉੱਤੇ, ਉਹਦੇ ਵਿੱਚ ਅਸੀਂ ਇਹ ਬੇਸਿਕ ਸਮਝਿਆ ਸੀ ਕਿ ਪੈਟਰਨ ਨੂੰ ਕਿਸ ਤਰ੍ਹਾਂ ਤੁਸੀਂ ਕੰਪਲੀਟ ਕਰਨਾ ਹੁੰਦਾ, ਕਿਹੜੀਆਂ ਗੱਲਾਂ ਤੁਸੀਂ ਧਿਆਨ ਰੱਖ ਸਕਦੇ ਹੋ। ਹਾਂਜੀ, ਅਸੀਂ ਅੱਜ ਇਹਨਾਂ ਕੁਝ ਸਵਾਲਾਂ ਦੀ ਪ੍ਰੈਕਟਿਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਫਸਟ ਸਵਾਲ, ਜਿਹਦਾ ਪੈਟਰਨ ਸਾਨੂੰ ਕੁਝ ਇਸ ਤਰੀਕੇ ਨਾਲ ਦਿੱਤਾ ਗਿਆ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਹ ਜੋ ਪੈਟਰਨ ਹੁੰਦਾ ਹੈ ਦਿੱਤਾ ਹੋਇਆ, ਇਹਨੂੰ ਅਸੀਂ ਨੇ 4 ਭਾਗਾਂ ਦੇ ਵਿੱਚ ਵੰਡ ਕੇ ਦੇਖਣਾ ਹੁੰਦਾ ਹੈ। ਠੀਕ ਹੈ ਜੀ, ਦੇਖੋ ਮੰਨ ਕੇ ਚਲੋ ਇੱਥੇ ਤੋਂ ਇਹ ਡਿਵਾਈਡ ਹੋ ਗਏ 4 ਭਾਗਾਂ ਦੇ ਵਿੱਚ। ਤਾਂ ਇੱਕ ਭਾਗ ਇਹ ਹੈ, ਇੱਕ ਭਾਗ ਇਹ ਹੈ, ਇੱਕ ਭਾਗ ਇਹ ਹੈ ਅਤੇ ਚੌਥਾ ਭਾਗ ਹੈ ਜਿਹੜਾ ਉਹ ਅਸੀਂ ਨੇ ਕੰਪਲੀਟ ਕਰਨਾ ਹੈ। ਠੀਕ ਹੈ, ਇਹ ਸਾਡਾ ਆਨਸਰ ਹੋਏਗਾ। ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਕੀ ਕਰਨਾ ਹੈ, ਜੋ ਇਹ ਲਾਈਨਸ ਆਪਸ ਦੇ ਵਿੱਚ ਮੈਚ ਹੋ ਰਹੀਆਂ ਨੇ ਤਾਂ ਇੱਥੇ ਤੋਂ ਵੀ ਡਾਇਰੈਕਟ ਇਹ ਲਾਈਨਸ ਅਸੀਂ ਨੇ ਮੈਚ ਕਰ ਦੇਵਾਂਗੇ। ਪਰੰਤੂ ਇਹ ਲਾਈਨਾਂ ਮੈਚ ਕਿੱਥੇ ਹੋ ਰਹੀਆਂ ਨੇ, ਇੱਕ ਕਾਰਨਰ ਤੋਂ ਇਸ ਤਰੀਕੇ ਨਾਲ ਸ਼ੇਪ ਬਣ ਕੇ। ਤਾਂ ਇੱਥੇ ਤੋਂ ਅਸੀਂ ਨੇ ਪਹਿਲਾਂ ਸ਼ੇਪ ਬਣਾ ਲਈ, ਇਹ ਸਾਰੇ ਕਾਰਨਰ ਇੱਕੋ ਤਰ੍ਹਾਂ ਦੇ ਹੋ ਗਏ। ਠੀਕ ਹੈ ਜੀ, ਉਸ ਤੋਂ ਬਾਅਦ ਜਿੱਥੇ ਤੋਂ ਇਹ ਕਾਰਨਰ ਕੱਟ ਹੋ ਰਹੇ ਸੀ ਉਹਦੇ ਨਾਲ ਇਹ ਲਾਈਨਸ ਮੈਚ ਕਰ ਰਹੀਆਂ ਨੇ, ਅਸੀਂ ਨੇ ਇਹ ਮੈਚ ਕਰਤੀਆਂ। ਤਾਂ ਉਸ ਤੋਂ ਬਾਅਦ ਇੱਕ ਚੀਜ਼ ਸਾਨੂੰ ਹੋਰ, ਇੱਕ ਸਿੰਬਲ ਸਾਨੂੰ ਹੋਰ ਨਜ਼ਰ ਆ ਰਿਹਾ ਹੈ ਇਹ। ਠੀਕ ਹੈ ਜੀ, ਤਾਂ ਇਹ ਆਪਸ ਦੇ ਜਿਹੜੇ ਓਪੋਜਿਟ ਨੇ ਇਹ ਤਾਂ ਫਿਲ ਕੀਤੇ ਹੋਏ ਨੇ ਅਤੇ ਜੋ ਇੱਥੇ ਅਸੀਂ ਨੇ ਬਣਾਉਣਾ ਹੈਗਾ ਇਸ ਤਰੀਕੇ ਨਾਲ, ਇਹ ਅਸੀਂ ਨੇ ਅਨਫਿਲਡ ਹੀ ਛੱਡਣਾ ਹੈ, ਇਹਨੂੰ ਅਸੀਂ ਨੇ ਸ਼ੇਡ ਨਹੀਂ ਕਰਨਾ। ਤਾਂ ਇਸ ਤਰੀਕੇ ਨਾਲ ਅਸੀਂ ਇਹ ਪੈਟਰਨ ਕੰਪਲੀਟ ਕਰ ਲਿਆ। ਤਾਂ ਸਾਡਾ ਰਾਈਟ ਆਨਸਰ ਕੀ ਹੈ ਕਿ ਇਹ ਆਪਸ਼ਨ ਦੇ ਵਿੱਚ ਜਿੱਥੇ ਵੀ ਸਾਨੂੰ ਨਜ਼ਰ ਆ ਰਿਹਾ ਹੋਏਗਾ ਅਸੀਂ ਨੇ ਉਹ ਸਿਲੈਕਟ ਕਰ ਲੈਣਾ ਹੈ। ਡਾਇਰੈਕਟ ਅਸੀਂ ਤੁਹਾਨੂੰ ਪੈਟਰਨ ਅੱਜ ਕੰਪਲੀਟ ਕਰਨੇ ਸਿਖਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਸੈਕੰਡ ਸਵਾਲ ਦੀ। ਸੈਕੰਡ ਸਵਾਲ ਦੇ ਵਿੱਚ ਸਾਨੂੰ ਇੱਕ ਪੈਟਰਨ ਦਿੱਤਾ ਹੋਏਗਾ। ਇਸ ਪੈਟਰਨ ਨੂੰ ਪਹਿਲਾਂ ਤਾਂ ਅਸੀਂ ਸਮਝਦੇ ਹਾਂ। ਇੱਕ ਭਾਗ ਇਹਦਾ ਇਹ ਹੈ, ਇੱਕ ਇਹ ਹੈ, ਇੱਕ ਇਹ ਹੈ, ਚੌਥਾ ਭਾਗ ਅਸੀਂ ਨੇ ਪੂਰਾ ਕਰਨਾ ਹੈ। ਤਾਂ ਦੇਖੋ ਜੀ, ਇਹਦੇ ਵਿੱਚ ਅਸੀਂ ਕੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ ਇਹਦੇ ਜਿਹੜੇ ਇਹ ਭਾਗ ਹੈ ਇਹਦੇ ਵਿੱਚ ਇਸ ਤਰ੍ਹਾਂ 2 ਅਰਧ ਗੋਲੇ ਬਣਾਏ ਗਏ ਨੇ। ਤਾਂ ਇੱਕ ਅਰਧ ਗੋਲਾ ਅਸੀਂ ਨੇ ਇੱਥੇ ਬਣਾ ਲਿਆ। ਠੀਕ ਹੈ, ਅਰਧ ਸਰਕਲ ਕਹਿ ਲਓ, ਸੈਮੀ ਸਰਕਲ ਕਹਿ ਲਓ, ਤਾਂ ਇਸ ਤਰ੍ਹਾਂ ਬਣਾ ਲਈ। ਤਾਂ ਹੁਣ ਇਹ ਸਰਕਲ ਲਗਭਗ ਸਾਰਿਆਂ ਦੇ ਵਿੱਚ ਇੱਕੋ ਜਿਹੇ ਹੋ ਗਏ, ਜਾਂ ਐਵੇਂ ਦੇਖ ਲਓ ਵੀ ਇੱਥੇ ਵੀ ਸੀ, ਇੱਥੇ ਆ ਗਿਆ, ਇੱਥੇ ਸੀ, ਇੱਥੇ ਆ ਗਿਆ, ਇੱਥੇ ਸੀ, ਇੱਥੇ ਬਣ ਗਿਆ, ਇੱਥੇ ਸੀ, ਇੱਥੇ ਬਣ ਗਿਆ। ਭਾਵ ਆਲ ਸਾਈਡ ਤੋਂ ਹੀ ਪੈਟਰਨ ਕੰਪਲੀਟ ਹੋ ਗਿਆ ਇੰਨਾ ਕੁ। ਉਸ ਤੋਂ ਬਾਅਦ ਕੀ ਹੈ ਕਿ ਇੱਥੇ ਤੋਂ ਇਸ ਤਰ੍ਹਾਂ 2 ਲਾਈਨਸ ਲਗਾਈਆਂ ਗਈਆਂ ਨੇ, ਇਸ ਤਰੀਕੇ ਨਾਲ ਲਗਾ ਲਈਆਂ ਸੀ, ਕਿਉਂਕਿ ਇੱਥੇ ਵੀ ਲਗਾਈਆਂ ਗਈਆਂ ਸੀ ਇਸ ਤਰ੍ਹਾਂ, ਇੱਥੇ ਵੀ ਇਸ ਤਰ੍ਹਾਂ ਲਗਾਈਆਂ ਗਈਆਂ ਸੀ, ਇੱਥੇ ਵੀ ਇਸ ਤਰ੍ਹਾਂ, ਇੱਥੇ ਵੀ। ਉਸ ਤੋਂ ਬਾਅਦ ਇੱਥੇ ਇੱਕ ਸਾਨੂੰ ਐਰੋ ਬਣਾਉਣਾ ਪਵੇਗਾ ਜਿਹਨੂੰ ਅਸੀਂ ਸ਼ੇਡ ਕਰਾਂਗੇ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਵੀ ਸਾਡਾ ਪੈਟਰਨ ਕੰਪਲੀਟ ਹੋ ਗਿਆ। ਤਾਂ ਇਸ ਤਰੀਕੇ ਨਾਲ ਅਸੀਂ ਨੇ ਇਹ ਪੈਟਰਨ ਕੰਪਲੀਟ ਕਰਨਾ ਸੀ। ਸੋ ਇਹ ਹੋ ਗਿਆ। ਤਾਂ ਇਹ ਸਾਡਾ ਜਿਹੜਾ ਅਸੀਂ ਨੇ ਫਿਲ ਕੀਤਾ ਹੈ ਇਹ ਸਾਡਾ ਰਾਈਟ ਆਨਸਰ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਅਸੀਂ ਨੇ ਇਹ ਸਵਾਲ ਵੀ ਕੰਪਲੀਟ ਕਰ ਲਿਆ। ਉਸ ਤੋਂ ਬਾਅਦ ਅਸੀਂ ਥਰਡ ਸਵਾਲ ਦੇਖਦੇ ਹਾਂ। ਥਰਡ ਸਵਾਲ ਦੇ ਵਿੱਚ ਵੀ ਉਹੀ ਅਸੀਂ ਨੇ ਜੋ ਆਪਣਾ ਦ੍ਰਿਸ਼ਟੀਕੋਣ ਹੈ ਉਹੀ ਰੱਖਣਾ ਹੈ। ਠੀਕ ਹੈ, ਕਿਵੇਂ ਇਹਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ। 3 ਭਾਗ ਇਹਦੇ ਕੰਪਲੀਟ ਕਰਕੇ ਦਿੱਤੇ ਹੋਏ ਨੇ, ਚੌਥਾ ਭਾਗ ਅਸੀਂ ਨੇ ਖੁਦ ਕੰਪਲੀਟ ਕਰਨਾ ਹੈ। ਤਾਂ ਦੇਖੋ ਜੀ, ਇਹਨੂੰ ਅਸੀਂ ਪਹਿਲਾਂ ਸਮਝਦੇ ਹਾਂ। ਇੱਥੇ ਤੋਂ ਕੋਈ ਲਾਈਨ ਸਟਾਰਟ ਹੋਈ ਤਾਂ ਇਸ ਤਰ੍ਹਾਂ ਪਹੁੰਚ ਗਈ, ਭਾਵ ਇੱਥੇ ਤੋਂ ਹੀ ਲਾਈਨ ਨੂੰ ਕੱਟ ਕਰਕੇ ਇਸ ਤਰ੍ਹਾਂ ਪਹੁੰਚ ਗਈ। ਤਾਂ ਇਸ ਸਾਈਡ 'ਤੇ ਵੀ ਅਸੀਂ ਇਸੇ ਤਰ੍ਹਾਂ ਕਰਾਂਗੇ। ਇਹ ਲਾਈਨ ਸਟਾਰਟ ਹੋ ਗਈ, ਇਸ ਤਰ੍ਹਾਂ ਸਟਾਰਟ ਕਰਦੀ ਹੋਈ ਇੱਥੇ ਪਹੁੰਚ ਗਈ। ਠੀਕ ਹੈ ਜੀ, ਉਸ ਤੋਂ ਬਾਅਦ ਇਹਦੇ ਨਾਲ ਹੀ ਇੱਕ ਲਾਈਨ ਹੋਰ ਸੀ ਜੋ ਇਹਨੂੰ ਟੱਚ ਨਹੀਂ ਕੀਤਾ, ਇਹਨੇ ਇੱਥੇ ਨਹੀਂ ਟੱਚ ਕੀਤਾ। ਠੀਕ ਹੈ, ਉਸ ਤੋਂ ਬਾਅਦ ਇਹਦੇ ਬਾਹਰ ਵਾਈ ਜਾਂਦੀ ਹੋਈ ਇਹ ਤੋਂ ਥੋੜ੍ਹੀ ਜਿਹੀ ਦੂਰ ਜਾ ਕੇ ਰੁਕ ਗਈ ਇਸ ਤਰ੍ਹਾਂ। ਤਾਂ ਇਹ ਲਾਈਨ ਵੀ ਅਸੀਂ ਨੇ ਕੰਪਲੀਟ ਕਰ ਲਈ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਸਾਡਾ ਇਹ ਪੈਟਰਨ ਕੰਪਲੀਟ ਹੋ ਗਿਆ। ਇਹ ਜਿਹੜਾ ਇਹ ਭਾਗ ਸੀ ਕੀਤਾ ਸੀ 1/4, ਇਹ ਸਾਡਾ ਰਾਈਟ ਆਨਸਰ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਅਸੀਂ ਨੇ ਇਹ ਸਵਾਲ ਵੀ ਕੰਪਲੀਟ ਕਰ ਲਿਆ। ਹੁਣ ਅਸੀਂ ਕਰਦੇ ਹਾਂ ਜੀ ਚੌਥਾ ਸਵਾਲ। ਚੌਥਾ ਸਵਾਲ ਕੁਝ ਇਸ ਤਰੀਕੇ ਨਾਲ ਦਿੱਤਾ ਗਿਆ। ਸਭ ਤੋਂ ਪਹਿਲਾਂ ਅਸੀਂ ਸ਼ੇਪ ਨੂੰ ਸਮਝਦੇ ਹਾਂ। ਇੱਥੇ ਇਹਦੇ ਵਿਚਕਾਰ ਲਾਈਨ ਹੈ, ਇਹਦੇ ਵਿਚਕਾਰ ਲਾਈਨ ਹੈ, ਇਹਦੇ ਵਿਚਕਾਰ ਲਾਈਨ ਹੈ, ਭਾਵ ਜੋ ਤਿਕੋਣ ਅਸੀਂ ਸਿਰੇ 'ਤੇ ਬਣਾਉਣੀ ਹੈ ਉਹਦੇ ਵਿਚਕਾਰ ਤਾਂ ਲਾਈਨ ਲੱਗੀ ਹੀ ਹੋਈ ਹੈ। ਠੀਕ ਹੈ, ਉਸ ਤੋਂ ਬਾਅਦ ਇਹ ਲਾਈਨ ਅੱਗੇ ਵੀ ਵੱਧ ਰਹੀ ਹੈ, ਇਹਦੇ ਵਿੱਚ ਵੀ। ਉਸ ਤੋਂ ਬਾਅਦ ਇਹਦੇ ਵਿੱਚ ਵੀ ਅੱਗੇ ਵੱਧ ਰਹੀ ਹੈ, ਇਹਦੇ ਵਿੱਚ ਵੀ ਇਹ ਅੱਗੇ ਵੱਧ ਰਹੀ ਹੈ। ਤਾਂ ਇਹਦੇ ਵਿੱਚੋਂ ਵੀ ਅਸੀਂ ਅੱਗੇ ਵਧਾ ਲਾਂਗੇ। ਠੀਕ ਹੈ, ਅੱਗੇ ਵੱਧ ਕੇ ਇਹਦੇ ਸਿਰੇ 'ਤੇ ਇੱਕ ਤਿਰਭੁਜ ਬਣਾਈ ਗਈ ਹੈ ਛੋਟੀ ਜਿਹੀ, ਜੋ ਕਿ ਬਿਲਕੁਲ ਖਾਲੀ ਹੈ। ਤਾਂ ਇਹਦੇ ਸਿਰੇ 'ਤੇ ਅਸੀਂ ਇੱਕ ਖਾਲੀ ਤਿਰਭੁਜ ਬਣਾ ਲਾਂਗੇ। ਇਸ ਤਰ੍ਹਾਂ ਸਾਡਾ ਪੈਟਰਨ ਕੰਪਲੀਟ ਹੋ ਗਿਆ। ਪੈਟਰਨ ਵਾਲੇ ਦਾ ਸਵਾਲ ਵਾਲੇ ਜ਼ਿਆਦਾ ਈਜ਼ੀ ਨੇ, ਜਿਹੜੇ ਨੂੰ ਅਸੀਂ ਨੇ ਸਿਰਫ ਕਾਮਨ ਸੈਂਸ ਦੇ ਬੇਸ 'ਤੇ ਅਲੱਗ-ਅਲੱਗ ਦ੍ਰਿਸ਼ਟੀਕੋਣ ਤੋਂ ਦੇਖ ਕੇ ਬਣਾਉਣਾ ਹੁੰਦਾ ਹੈ। ਸੋ ਇਸ ਤਰੀਕੇ ਨਾਲ ਇਹ ਸਵਾਲ ਸਾਡੇ ਹੱਲ ਹੋ ਗਏ ਨੇ।
ਤੁਸੀਂ ਜੇਕਰ ਇਹਨਾਂ ਨੂੰ ਨੋਟ ਕਰਨਾ ਤਾਂ ਪਲੀਜ਼ ਨੋਟ ਵੀ ਕਰ ਸਕਦੇ ਹੋ, ਸਕਰੀਨਸ਼ਾਟ ਲੈ ਕੇ ਰੱਖ ਲਓ। ਅਦਰਵਾਈਜ਼ ਟੈਲੀਗ੍ਰਾਮ ਗਰੁੱਪ 'ਤੇ ਇਹਦੀਆਂ ਅਸੀਂ ਪਿਕਸ ਸੈਂਡ ਕਰ ਦੇਵਾਂਗੇ। ਹਾਂਜੀ, ਹੁਣ ਅਸੀਂ ਕਰਦੇ ਹਾਂ ਪੰਜਵਾਂ ਸਵਾਲ। ਸਾਨੂੰ ਪੈਟਰਨ ਕੁਝ ਇਸ ਤਰੀਕੇ ਨਾਲ ਦਿੱਤਾ ਗਿਆ। ਪੰਜਵੇਂ ਸਵਾਲ ਦਾ ਅਸੀਂ ਇਹ 3 ਭਾਗਾਂ ਨੂੰ ਦੇਖ ਕੇ ਜੋ ਬਣਾਏ ਗਏ ਨੇ, ਇਹਨਾਂ ਨੂੰ ਦੇਖ ਕੇ ਅਸੀਂ ਨੇ ਚੌਥਾ ਭਾਗ ਪੂਰਾ ਕਰਨਾ। ਤਾਂ ਸਭ ਤੋਂ ਪਹਿਲਾਂ ਦੇਖੋ, ਸਾਨੂੰ ਕੁਝ ਨਜ਼ਰ ਆ ਰਿਹਾ ਇਸ ਤਰੀਕੇ ਨਾਲ ਕਿ ਸਾਰਿਆਂ ਦੇ ਉੱਤੇ ਦੀ ਇਸ ਤਰੀਕੇ ਨਾਲ ਇੱਕ ਕਰਵ ਬਣਾਈ ਗਈ ਹੈ, ਜੋ ਅਸੀਂ ਨੇ ਕੰਪਲੀਟ ਕਰ ਲਈ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਲਾਈਨ ਕੰਪਲੀਟ ਕਰਨੀ ਅਸੀਂ ਨੇ, ਤਾਂ ਇਸ ਤਰੀਕੇ ਨਾਲ ਸਾਡਾ ਇਹ ਪੈਟਰਨ ਕੰਪਲੀਟ ਹੋ ਗਿਆ। ਜਿਵੇਂ ਕਿ ਦੇਖੋ ਇੱਥੇ ਸੀ, ਇੱਥੇ ਇਹ ਲਾਈਨ ਕੰਪਲੀਟ ਹੋਈ ਹੈ, ਤਾਂ ਇਹ ਲਾਈਨ ਅਸੀਂ ਨੇ ਕੰਪਲੀਟ ਕਰ ਦਿੱਤੀ। ਠੀਕ ਹੈ ਜੀ। ਇਸ ਤਰ੍ਹਾਂ ਇਹ ਪੰਜਵਾਂ ਸਵਾਲ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਅਸੀਂ ਛੇਵਾਂ ਸਵਾਲ ਦੇਖਦੇ ਹਾਂ। ਛੇਵਾਂ ਸਵਾਲ ਹੈ ਜੀ, ਇੱਕ ਤਾਂ ਦੇਖੋ ਸਾਨੂੰ ਸਰਕਲ ਨਜ਼ਰ ਆ ਰਿਹਾ ਇਸ ਤਰੀਕੇ ਨਾਲ ਕੁਝ, ਜੋ 3 ਭਾਗਾਂ ਦੇ ਵਿੱਚ ਲੱਗਿਆ ਹੋਇਆ, ਤਾਂ ਅਸੀਂ ਚੌਥੇ ਭਾਗ ਦੇ ਵਿੱਚ ਵੀ ਲਗਾ ਲੈਂਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਸਰਕਲ ਤੋਂ ਸਟਾਰਟ ਹੋ ਕੇ ਕੋਰਨਰ ਵੱਲ ਇੱਕ ਚੀਜ਼ ਜਾ ਰਹੀ ਹੈ, ਇੱਕ ਲਾਈਨ ਜਾ ਰਹੀ ਹੈ। ਇੱਥੇ ਸਟਾਰਟ ਹੋ ਕੇ ਕੋਰਨਰ ਵੱਲ ਜਾ ਰਹੀ ਹੈ, ਇੱਥੇ ਤੋਂ ਸਟਾਰਟ ਹੋ ਕੇ ਕੋਰਨਰ ਵੱਲ ਜਾ ਰਹੀ ਹੈ। ਇਸੇ ਤਰ੍ਹਾਂ ਅਸੀਂ ਇੱਥੇ ਤੋਂ ਸਟਾਰਟ ਕਰਕੇ ਇੱਕ ਲਾਈਨ ਭੇਜ ਦੇਵਾਂਗੇ ਕੋਰਨਰ ਵੱਲ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਚੀਜ਼ ਸਾਨੂੰ ਹੋਰ ਨਜ਼ਰ ਆ ਰਹੀ ਹੈ, ਇੱਕ ਨਿੱਕੀ ਜਿਹੀ ਤਿਰਪੋਸ ਟ੍ਰਾਇੰਗਲ ਹੈ। ਠੀਕ ਹੈ। ਤਾਂ ਦੇਖੋ ਇਹ ਚੀਜ਼ ਦਾ ਜੋ ਫੇਸ ਹੈ ਉਹ ਹੈ ਸੈਂਟਰ ਵੱਲ, ਜਿਵੇਂ ਇੱਥੇ ਦਾ ਵੀ ਸੈਂਟਰ ਵੱਲ ਹੈ, ਇਹਦਾ ਵੀ ਸੈਂਟਰ ਵੱਲ ਤੋਂ ਤਿੱਖਾ, ਅਤੇ ਇਸ ਸਾਈਡ ਤੋਂ ਅਸੀਂ ਨੇ ਇਸ ਤਰ੍ਹਾਂ ਲਾਈਨ ਲਗਾ ਕੇ ਚੌਰਸ ਬਣਾ ਦਿੱਤਾ। ਸੋ ਇਸ ਤਰੀਕੇ ਨਾਲ ਸਾਡਾ ਇਹ ਪੈਟਰਨ ਵੀ ਕੰਪਲੀਟ ਹੋ ਗਿਆ। ਜਦੋਂ ਪੈਟਰਨ ਕੰਪਲੀਟ ਹੋ ਜਾਏ ਤਾਂ ਸਾਨੂੰ ਨਜ਼ਰ ਆਉਣ ਲੱਗ ਜਾਂਦੇ ਵੀ ਹਾਂ ਸੱਚਮੁੱਚ ਇਹੀ ਹੈ। ਜਿਵੇਂ ਕਿ ਇਹ ਦੇਖੋ ਵੀ ਵਿੱਚ ਮਿਕਸ ਹੀ ਹੋ ਗਿਆ, ਲੱਗਦਾ ਨਹੀਂ ਵੀ ਅਲੱਗ ਤੋਂ ਕੰਪਲੀਟ ਕੀਤਾ। ਠੀਕ ਹੈ। ਇਸੇ ਤਰ੍ਹਾਂ ਇਹ ਹੈ, ਇਹ ਲੱਗਦਾ ਨਹੀਂ ਵੀ ਅਲੱਗ ਤੋਂ ਕੰਪਲੀਟ ਕੀਤਾ, ਵਿੱਚ ਹੀ ਮਿਕਸ ਹੋ ਜਾਂਦਾ। ਠੀਕ ਹੈ। ਤਾਂ ਹੁਣ ਦੇਖੋ ਇਹ ਅਲੱਗ ਜਿਹਾ ਲੱਗ ਰਿਹਾ ਸਾਨੂੰ। ਜਦੋਂ ਅਸੀਂ ਇਹਨੂੰ ਕੰਪਲੀਟ ਕਰਤਾ ਦੇਖਿਓ ਕਿਸ ਤਰ੍ਹਾਂ ਲੱਗੂਗਾ। ਸਭ ਤੋਂ ਪਹਿਲਾਂ ਤਾਂ ਇਹਦੇ ਕੋਰਨਰ 'ਤੇ ਕੱਟ ਲਗਾਏ ਗਏ ਨੇ, ਅਸੀਂ ਇੱਕ ਕੋਰਨਰ 'ਤੇ ਕੱਟ ਲਗਾ ਲਿਆ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਕੋਰਨਰ ਦੇ ਕੱਟ ਨਾਲ ਇਹ ਲਾਈਨ ਮੈਚ ਹੋ ਰਹੀ ਹੈ ਇਸ ਤਰ੍ਹਾਂ। ਇਹ ਲਾਈਨ ਇਸ ਕੋਰਨਰ ਦੇ ਕੱਟ ਤੋਂ ਸਟਾਰਟ ਹੋ ਕੇ ਇਸ ਕੋਰਨਰ ਦੇ ਕੱਟ ਤੱਕ ਪਹੁੰਚ ਰਹੀ ਹੈ। ਤਾਂ ਇੱਥੇ ਤੋਂ ਸਟਾਰਟ ਕਰਕੇ ਇਹ ਲਾਈਨ ਅਸੀਂ ਇੱਥੇ ਤੱਕ ਲੈ ਗਏ। ਠੀਕ ਹੈ ਜੀ। ਲੈ ਕੇ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਸ਼ੇਪ ਬਣ ਰਹੀ ਹੈ, ਤਾਂ ਇਹ ਸ਼ੇਪ ਨੂੰ ਅਸੀਂ ਕੰਪਲੀਟ ਕਰਾਂਗੇ ਇਸ ਤਰ੍ਹਾਂ। ਉਸ ਤੋਂ ਬਾਅਦ ਇੱਥੇ ਤੋਂ ਇਸ ਤਰ੍ਹਾਂ ਲੈ ਜਾਵਾਂਗੇ ਇਸ ਤਰ੍ਹਾਂ। ਤਾਂ ਇਸ ਤਰ੍ਹਾਂ ਅਸੀਂ ਨੇ ਇਹ ਪੈਟਰਨ ਕੰਪਲੀਟ ਕਰ ਲਿਆ। ਸੋ ਬੜੇ ਈਜ਼ੀ ਸਵਾਲ ਨੇ ਪੈਟਰਨ ਕੰਪਲੀਸ਼ਨ ਦੇ। ਠੀਕ ਹੈ ਜੀ। ਬਾਕੀ ਅਸੀਂ ਸਵਾਲਾਂ ਦੀ ਪ੍ਰੈਕਟਿਸ ਹੈ ਜਿਹੜੀ ਉਹ ਤੁਹਾਨੂੰ ਸਕਰੀਨ ਤੋਂ ਵੀ ਕਰਾਂਗੇ, ਕਿਉਂਕਿ ਡਿਜੀਟਲ ਜੋ ਬਣੇ ਹੋਣਗੇ ਹੈ ਨਾ ਗ੍ਰਾਫ ਫਿਗਰਸ, ਉਹ ਵਧੀਆ ਲੱਗਦੇ ਨੇ, ਉਹਨਾਂ ਤੋਂ ਵੀ ਅਸੀਂ ਪ੍ਰੈਕਟਿਸ ਕਰਾਂਗੇ। ਕਿਉਂਕਿ ਸਵਾਲ ਨੇ ਜਿਹੜੇ ਉਹ ਵਧੀਆ ਤਰੀਕੇ ਨਾਲ ਪ੍ਰਿੰਟ ਕੀਤੇ ਹੋਏ ਆਉਣਗੇ ਨਾ, ਤਾਂ ਪ੍ਰਿੰਟ ਕੀਤੇ ਹੋਏ ਵੀ ਕਰਾਂਗੇ। ਹੋ ਸਕਦਾ ਬਾਈ ਹੈਂਡ ਇਹ ਥੋੜ੍ਹੀਆਂ ਜਿਹੀਆਂ ਅਲੱਗ ਦੀਆਂ ਬਣ ਸਕਦੀਆਂ ਨੇ ਸ਼ੇਪਸ, ਨੋ ਪ੍ਰੋਬਲਮ। ਦੇਖੋ ਜੀ, ਉਸ ਤੋਂ ਬਾਅਦ ਅਸੀਂ ਕਰਦੇ ਹਾਂ 8ਵਾਂ ਸਵਾਲ। 8ਵੇਂ ਸਵਾਲ ਦੇ ਵਿੱਚ ਸਾਨੂੰ ਇਹ ਭਾਗ 3 ਕੰਪਲੀਟ ਕਰਕੇ ਦਿੱਤੇ ਪਏ ਨੇ, ਤਾਂ ਅਸੀਂ ਚੌਥਾ ਭਾਗ ਕੰਪਲੀਟ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਸੋਚਦੇ ਹਾਂ ਕਿ ਇੱਕ ਲਾਈਨ ਸੀ ਇਸ ਕੋਰਨਰ ਤੋਂ ਸਟਾਰਟ ਹੋ ਕੇ ਇਸ ਕੋਰਨਰ ਤੋਂ ਥੋੜ੍ਹਾ ਜਿਹਾ ਉੱਪਰ ਵੱਲ ਨੂੰ ਖਤਮ ਹੋ ਗਈ। ਭਾਵੇਂ ਇੱਥੇ ਵੀ ਇਹ ਥੋੜ੍ਹਾ ਜਿਹਾ ਉੱਪਰ ਵੱਲ ਨੂੰ ਖਤਮ ਹੋਏਗੀ। ਇੱਥੇ ਸਟਾਰਟ ਕਿੱਥੇ ਤੋਂ ਹੋਈ ਹੈ? ਇਸ ਕੋਰਨਰ ਤੋਂ, ਇਸ ਤਰ੍ਹਾਂ। ਠੀਕ ਹੈ। ਤਾਂ ਇਹ ਕੰਪਲੀਟ ਕਰਕੇ ਇੱਥੇ ਐਡ ਕਰਤੀ ਅਸੀਂ ਨੇ। ਉਸ ਤੋਂ ਬਾਅਦ ਕੀ ਹੋ ਰਿਹਾ ਕਿ ਇੱਥੇ ਤੋਂ ਇਹ ਫਿਗਰ ਇਸ ਤਰ੍ਹਾਂ ਕੰਪਲੀਟ ਹੋ ਰਿਹਾ ਹੈ। ਠੀਕ ਹੈ ਜੀ। ਤਾਂ ਇਹ ਪੈਟਰਨ ਅਸੀਂ ਨੇ ਕੰਪਲੀਟ ਕਰ ਲਿਆ। ਤਾਂ ਇਹ ਹੁਣ ਸਾਡਾ ਸਵਾਲ ਹੱਲ ਹੋ ਗਿਆ। ਤਾਂ ਇਹ ਸਾਡਾ ਰਾਈਟ ਆਨਸਰ ਹੈ। ਆਪਸ਼ਨ ਦੇ ਵਿੱਚੋਂ ਇਹ ਚੀਜ਼ ਅਸੀਂ ਸਿਲੈਕਟ ਕਰ ਦੇਣੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ 9ਵਾਂ ਸਵਾਲ। ਇਹ ਪੈਟਰਨ ਦੇ 3 ਹਿੱਸੇ ਨੂੰ ਅਸੀਂ ਸਮਝਿਆ, ਤਾਂ ਸਾਨੂੰ ਪਤਾ ਲੱਗਿਆ ਵੀ ਕੋਰਨਰ ਦੇ ਉੱਤੇ ਇਸ ਤਰੀਕੇ ਨਾਲ ਇੱਕ ਸ਼ੇਪ ਬਣਾਈ ਗਈ ਹੈ। ਤਾਂ ਅਸੀਂ ਨੇ ਕੋਰਨਰ ਦੇ ਉੱਤੇ ਸ਼ੇਪ ਬਣਾ ਲਈ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਵਿਚਕਾਰ ਵੀ ਸਾਨੂੰ ਇੱਕ ਸ਼ੇਪ ਨਜ਼ਰ ਆ ਰਹੀ ਹੈ ਇਹਦੀ। ਭਾਵ ਇਹ ਲਾਈਨ ਨੂੰ ਇੱਥੇ ਤੋਂ ਮੈਚ ਕੀਤਾ ਗਿਆ, ਇੱਥੇ ਤੋਂ ਮੈਚ ਕੀਤਾ ਗਿਆ, ਇੱਥੇ ਤੋਂ, ਤਾਂ ਇਹਨੂੰ ਵੀ ਅਸੀਂ ਮੈਚ ਕਰ ਦੇਵਾਂਗੇ। ਠੀਕ ਹੈ ਜੀ। ਵਿਚਕਾਰ ਤਾਂ ਸ਼ੇਪ ਕੰਪਲੀਟ ਹੋ ਗਿਆ। ਉਸ ਤੋਂ ਬਾਅਦ ਇਹ ਜਿਹੜਾ ਇਹ ਸਾਈਡ 'ਤੇ ਜੋ ਅਸੀਂ ਸ਼ੇਪ ਬਣਾਈ ਸੀ, ਇਹ ਸ਼ੇਪ ਦਾ ਕੋਰਨਰ ਅੱਗੇ ਇਹ ਲਾਈਨ ਨੂੰ ਟੱਚ ਕਰ ਰਹੇ, ਇੱਥੇ 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 ਤੋਂ ਇੱਥੇ। ਤਾਂ ਇੱਥੇ ਤੋਂ ਅਸੀਂ ਸਟਾਰਟ ਕਰਕੇ ਇੱਥੇ ਟੱਚ ਕਰ ਦਾਂਗੇ। ਤਾਂ ਇਸ ਤਰੀਕੇ ਨਾਲ ਪੈਟਰਨ ਕੰਪਲੀਟ ਹੋ ਗਿਆ। ਕਿੰਨਾ ਸੋਹਣਾ ਲੱਗਦਾ ਨਾ ਜਦੋਂ ਪੈਟਰਨ ਕੰਪਲੀਟ ਹੋ ਜਾਏ। ਦੇਖੋ ਸਾਰਿਆਂ ਦੇ ਵਿੱਚ ਇਹ ਕਿਸ ਤਰ੍ਹਾਂ ਦਾ ਔਡ ਲੱਗਦਾ ਜਦ ਇਹਦਾ ਅਸੀਂ ਕੰਪਲੀਟ ਕਰਾਂਗੇ, ਤੁਸੀਂ ਦੇਖਿਓ। ਉਸ ਤੋਂ ਬਾਅਦ ਹੈ ਜੀ 10ਵਾਂ ਸਵਾਲ। 10ਵੇਂ ਸਵਾਲ ਦੇ ਵਿੱਚ ਸਾਨੂੰ ਪਹਿਲੀ ਚੌਥਾਈ ਜੋ ਪਹਿਲਾ ਭਾਗ ਹੈ ਉਹ ਕੰਪਲੀਟ ਕਰਨਾ ਹੈ। ਇਹ 3 ਭਾਗ ਕੰਪਲੀਟ ਕਰਕੇ ਦਿੱਤੇ ਪਏ ਨੇ। ਸਭ ਤੋਂ ਪਹਿਲਾਂ ਸਾਨੂੰ ਇੱਥੇ ਇੱਕ ਅਰਧ ਗੋਲਾ ਨਜ਼ਰ ਆ ਰਿਹਾ ਹੈ। ਠੀਕ ਹੈ। ਕਿਵੇਂ ਦੇਖੋ, ਇੱਥੇ ਵੀ ਅਰਧ ਗੋਲਾ ਸੀ, ਇੱਥੇ ਵੀ ਅਰਧ ਗੋਲਾ, ਇੱਥੇ ਵੀ। ਤਾਂ ਨੰਬਰ 1 ਤਾਂ ਅਸੀਂ ਇੱਥੇ ਅਰਧ ਗੋਲਾ ਬਣਾਵਾਂਗੇ ਕੋਰਨਰ ਤੋਂ ਸਟਾਰਟ ਕਰਕੇ ਹੀ। ਠੀਕ ਹੈ ਜੀ। ਅਰਧ ਗੋਲਾ ਬਣਾ ਲਿਆ। ਉਸ ਤੋਂ ਬਾਅਦ ਇਸ ਅਰਧ ਗੋਲੇ ਤੋਂ ਇੱਥੇ ਥੋੜ੍ਹੀ ਜਿਹੀ ਅਲੱਗ ਸ਼ੇਪ ਬਣ ਸਕਦੀ ਹੈ। ਇਸ ਅਰਧ ਗੋਲੇ ਤੋਂ ਇਸ ਅਰਧ ਗੋਲੇ ਦੀ ਸਤ੍ਹਾ ਤੱਕ ਇੱਕ ਲਾਈਨ ਲਗਾਈ ਗਈ ਹੈ, ਜੋ ਇੱਥੇ ਤੋਂ ਸਟਾਰਟ ਹੋ ਕੇ ਇਸ ਤਰ੍ਹਾਂ ਪਹੁੰਚ ਸਕਦੀ ਹੈ। ਠੀਕ ਹੈ ਜੀ। ਤਾਂ ਹੁਣ ਇੱਥੇ ਜੇਕਰ ਅਸੀਂ ਸੋਚੀਏ ਕਿ ਸਮਮਿਤੀ ਕਿਸ ਤਰ੍ਹਾਂ ਬਣਦੀ ਹੈ, ਇੱਥੇ ਤੋਂ ਇੱਥੇ ਵੱਲ ਬਣੇਗੀ,
ਭਾਵ ਜੇਕਰ ਇੱਥੇ ਡਬਲ ਲਾਈਨ ਲੱਗੀਆਂ ਹੋਈਆਂ ਸੀ ਡੈਸ਼ਸ ਦੇਖੋ ਇਹ ਜਿਹੜੇ ਕੱਟ ਲਗਾਏ ਗਏ ਨੇ ਇੱਥੇ ਸੀ ਤਾਂ ਇੱਥੇ ਲਗਾਏ ਗਏ ਨੇ ਇਹਦਾ ਭਾਵ ਇੱਥੇ ਹੈ ਨਹੀਂ ਤਾਂ ਇੱਥੇ ਵੀ ਅਸੀਂ ਨਹੀਂ ਲਗਾਉਣੇ। ਠੀਕ ਹੈ, ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਕਿਉਂਕਿ ਹੁਣ ਅਸੀਂ ਇਸ ਤਰ੍ਹਾਂ ਮਾਪ ਲੈਣਾ ਇਹਨੂੰ ਵੀ ਜਿਹੜੀ ਚੀਜ਼ ਇੱਥੇ ਸੀ ਇੱਥੇ ਬਣ ਗਈ, ਜਿਹੜੀ ਇੱਥੇ ਸੀ ਇੱਥੇ ਬਣ ਗਈ, ਜੋ ਚੀਜ਼ ਇੱਥੇ ਆ ਉਹੀ ਚੀਜ਼ ਇੱਥੇ ਬਣਾਤੀ। ਠੀਕ ਹੈ, ਇੱਥੇ ਸੀ ਜੋ ਚੀਜ਼ ਇੱਥੇ ਬਣੀ ਹੋਈ ਸੀ ਆਲਰੇਡੀ, ਤਾਂ ਪਹਿਲਾਂ ਵਾਲੇ ਪੈਟਰਨ ਨੂੰ ਸਮਝ ਕੇ ਅਸੀਂ ਨੇ ਪੈਟਰਨ ਨੂੰ ਫੇਰ ਕੰਪਲੀਟ ਕਰਨਾ ਹੁੰਦਾ। ਸੋ ਇਸ ਤਰੀਕੇ ਨਾਲ ਅਸੀਂ ਨੇ ਇਹ ਕੁਝ ਸਵਾਲਾਂ ਦੀ ਪ੍ਰੈਕਟਿਸ ਕਰ ਲਈ। ਇਹਨਾਂ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ। ਅਦਰਵਾਈਜ਼ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ, ਉੱਥੇ ਤੁਹਾਨੂੰ ਇਸ ਤਰ੍ਹਾਂ ਦੀ ਹੋਰ ਸਵਾਲਾਂ ਦੀ ਪ੍ਰੈਕਟਿਸ ਦੇ ਲਈ ਅਸੀਂ ਕੁਝ ਸਵਾਲ ਸੈਂਡ ਕਰ ਦੇਵਾਂਗੇ। ਸੋ ਇਹ ਵੀਡੀਓ ਇੱਥੇ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ।